ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਜਿਹੜੀ ਸਭ ਤੋਂ ਪਹਿਲਾਂ ਅਹਿਮ ਖਬਰ ਹੈ ਜਿਸ ਤੇ ਚਰਚਾ ਕਰਾਂਗੇ ਉਹ ਇੱਕ ਜੁਗਾੜ ਵਾਲੀ। ਲੋਕ ਜੁਗਾੜ ਲਗਾ ਕੇ ਕੰਮ ਕਰਦੇ ਆ ਤੇ ਇੱਥੇ ਇੱਕ ਕੰਪਨੀ ਜੁਗਾੜ ਲਗਾ ਕੇ ਚਲਾ ਦਿੱਤੀ ਹੈ। ਟੈਂਡਰਾਂ ਦੇ ਵਿੱਚ ਘਪਲਾ ਸਾਹਮਣੇ ਆਇਆ, ਗੱਲਬਾਤ ਉੱਤੇ ਵੀ ਕਰਾਂਗੇ। ਗੁਜਰਾਤ ਵਿੱਚ ਨਸ਼ੀਲੇ ਪਦਾਰਥਾਂ ਦੀ ਇੱਕ ਫੈਕਟਰੀ ਫੜੀ ਗਈ ਹੈ ਤੇ ਪੰਜਾਬ ਵਿੱਚ ਹੁਣ ਬੁਢਾਪਾ ਪੈਨਸ਼ਨ ਮਿਲਣੀਆਂ, ਕੰਮ ਥੋੜਾ ਜਿਹਾ ਆਸਾਨ ਹੋਣ ਲੱਗਿਆ। ਖਬਰਾਂ ਹੋਰ भी बहुत सारियां, पर सब तो पहला पन्नू साहब का स्वागत। पन्नू साहब स्वागत जी, सत श्री अकाल जी। शुक्रिया नवजीत जी, सत श्री अकाल। पन्नू साहब मैं जुगाड़ की गल की है, ढोआ ढुआई का काम तो होंदा है, कहते ट्रकों के नंबर की जगह तो ਸਕੂਟਰਾਂ के नंबर मिले है। किवें देखते हैं इस खबर को? घपला बहुत वड्डा हो गया। लुधियाने च विजिलेंस ने केस दर्ज किया, एक विजिलेंस ने केस भी दर्ज किया, एक बंदा फड़ लिया, बाकियां दी फड़ो फड़ाई आ 5-6 फर्मां दे उत्ते केस दर्ज किया, जिन्हां दे नाल फूड ते सिविल सप्लाई डिपार्टमेंट के खुराक वाले जिहड़े कुछ अफसर ने जी, वो भी इहदे विच टंग दित्ते। लोग ये कहिंदे आ कि गल इन्हां दी नहीं, इन्हां ते सिर्फ केस दर्ज होया, मामला मंत्री तक जा सकदा। पिछली कैप्टन अमरिंदर सिंह ते चरणजीत सिंह चन्नी दी सरकार दे एक साबका मंत्री तक जी। मामला की है? रौला उदों भी पैंदा रहा सी, गल हाई कोर्ट तक भी जा चुकी है कि पिछली सरकार वेले खुराक सप्लाई विभाग ने जिहड़े टेंडर कढे, मंडियां चों खरीदी गई फसल लैके जानी गोदामां नूं जां किते लैके जानी आ, उहदे वास्ते जिन्हां जिन्हां ने टेंडर पाए उन्हां ने नाल ट्रकां दे नंबर दे ते गड्डियां दे नंबर दे ते कहंदे जी वो नंबर खुराक सप्लाई महकमे वालियां ने चैक करने सी ते कीते नहीं जी। हुण सरकार बदल गई, किसी ने चुप चपीते एक चिट्ठी उस नंबर ते पाती जिहड़ा मुख मंत्री भगवंत मान ने रिलीज़ कीता सी कि शिकायतां भेजो ते असीं पड़ताल करांगे। उहदे उत्ते शिकायत गई, विजिलेंस नूं पड़ताल करनी पई, सबूत नाल सन लगे। विजिलेंस की पड़ताल च साबित होया कि जिहड़े ट्रकां दे नंबर दित्ते सी वो असल विच ट्रकां दे नहीं, 2 पहियां वाले ਸਕੂਟਰਾਂ ਦੇ, मोटरसाइकिलों के, 3 व्हीलरां ਦੇ ਤੇ ਕਾਰਾਂ ਦੇ नंबर निकले आ, जिन्हां दे उत्ते बोरियां नहीं ढोईयां जा सकदियां जी। ये सारा कुछ हुंदा क्यों रहा? इस करके कि बहुत सारा काम जाली हुंदा सी। उदों जिहड़ा सरकार दा मुखी हुंदा सी वो तो सीसां वाले महल चों बाहर नहीं सी निकलदा ते उहदे कोल होर काम ही इन्ने ज़्यादा सी कि सरकार दा ते उहदे नाल नाल सिर्फ मुखी दा ठप्पा लगा सी। असल विच ना मुखी सी ना मुख मंत्री सी, वो तो एक महल दा मुखी सी, और महल भी खानदानी महल नहीं, नवां नवां जिवें किसी वास्ते उचेचा बनवाया महल हुंदा ते उस महल तो बाहर नहीं सी निकलदा। उहदे वक्त बहुत कुछ गलत हुंदा रहा। उंज ये पहला केस नहीं, ਇਹਦੇ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਹੁੰਦਾ ਸੀ ਰਾਜਾ ਵੀਰਭੱਦਰ ਸਿੰਘ। ਪਹਿਲਾਂ ਉਹ ਕਹਿੰਦੇ ਰਾਜਾ ਹੁੰਦਾ ਸੀ, ਫਿਰ 3-4 ਵਾਰ ਹਿਮਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਬਣ ਗਿਆ ਜੀ। ਵੇਖਣ ਨੂੰ ਬੜਾ ਸਾਊ ਜਿਹਾ ਪੋਲਾ 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 ਕਰਕੇ ਬੋਲਦਾ ਹੁੰਦਾ ਸੀ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਕੁੜਮਾਚਾਰੀ ਵੀ ਸੀ। ਉਹਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਬਣ ਕੇ, ਕੇਸਾਂ 'ਚੋਂ ਇੱਕ ਕੇਸ ਇਹ ਸੀ ਕਿ ਪਰਿਵਾਰ ਦੇ ਜੀਆਂ ਦੀਆਂ 2-2, 3-3 ਕਰੋੜ ਰੁਪਏ ਦੀਆਂ LIC ਦੀਆਂ ਪਾਲਿਸੀਆਂ ਬਣਾਤੀਆਂ। ਪੁੱਛਿਆ ਇੰਨੇ ਪੈਸੇ ਆਏ ਕਿੱਥੋਂ? ਕਹਿੰਦਾ ਮੇਰੇ ਸੇਬਾਂ ਦੇ ਬਾਗ ਆ, ਉਹਨਾਂ ਦੇ ਸੇਬ ਵੇਚੇ। ਤੇ ਉਹਨੇ ਆਖਿਆ ਕਿਹੜੀ ਫਰਮ ਨੂੰ ਵੇਚੇ? ਉਹਨੂੰ ਫਰਮ ਹਿਮਾਚਲ ਪ੍ਰਦੇਸ਼ 'ਚੋਂ ਕੋਈ ਲੱਭੀ ਨਾ। ਉਹਨੇ ਆਖਿਆ ਜੀ ਪੰਜਾਬ ਦੀਆਂ ਮੰਡੀਆਂ 'ਚ ਭੇਜਤੇ ਸੀ, ਉੱਥੇ ਮੰਡੀਆਂ 'ਚ ਟਰੱਕ ਖੜੇ ਕਰਤੇ, ਲੋਕਲ ਵਪਾਰੀ ਵੀ ਆ ਗਏ, ਥੋਕਦੇ ਵੀ ਆਏ, ਮਾਲ ਲੈ ਕੇ ਤੁਰ ਗਏ, ਸਾਨੂੰ ਕੀ ਪਤਾ ਕੌਣ ਕੌਣ ਲੈ ਗਿਆ। ਐਡੀਆਂ ਵੱਡੀਆਂ ਮੰਡੀਆਂ ਪੰਜਾਬ ਦੀਆਂ ਕੋਈ ਪਤਾ ਲੱਗਦਾ? ਪੁੱਛਿਆ ਟਰੱਕਾਂ ਕਿਹੜਿਆਂ ਤੇ ਮਾਲ ਭੇਜਿਆ ਸੀ? ਉਹਨੇ ਟਰੱਕਾਂ ਦੀ ਲਿਸਟ ਦੇ ਦਿੱਤੀ। ਜਦੋਂ ਫੋਲੇ ਗਏ ਉਹਨਾਂ 'ਚ ਕੋਈ ਨੰਬਰ ਕਿਸੇ ਸਕੂਟਰ ਦਾ ਸੀ, ਕੋਈ 3 ਵੀਲਰ ਦਾ, ਕੋਈ ਕਾਰ ਦਾ, ਕੋਈ ਮੋਟਰਸਾਈਕਲ ਦਾ। ਹੁਣ 3 ਵੀਲਰਾਂ, ਸਕੂਟਰਾਂ ਤੇ ਮੋਟਰਸਾਈਕਲਾਂ ਦੇ ਉੱਤੇ ਕਰੋੜਾਂ ਰੁਪਏ ਦੇ ਸੇਬ ਹਿਮਾਚਲ ਤੋਂ ਲੁਧਿਆਣੇ ਤੱਕ ਤਾਂ ਨਹੀਂ ਪਹੁੰਚ ਸਕਦੇ। ਉਹ ਇਸ ਗੱਲ ਦੀ ਪੁੱਛਗਿੱਛ ਦੇ ਵਿੱਚ ਹੀ ਫਸਿਆ। ਮੁੜ ਮੁੜ ਕੇ ਪੇਸ਼ੀਆਂ ਹੁੰਦੀਆਂ ਸੀ। ਅਖੀਰ ਉਹ ਦੁਨੀਆ ਤੋਂ ਤੁਰ ਗਿਆ। ਇਹ ਜਿਹੜੇ ਲੋਕ ਸਮਝਦੇ ਆ ਨਾ ਕਿ ਸਾਡਾ ਕੀ ਵਿਗੜ ਜਾਣਾ,
ਆ ਲੁਧਿਆਣੇ ਵਾਲਾ ਕੱਲ੍ਹ ਵਾਲਾ ਕੇਸ ਬੜਾ ਗੰਭੀਰ ਕੇਸ ਹੈ ਜੀ। ਇਸ ਕੇਸ ਦੀ ਪੁਣਛਾਣ ਤੁਰ ਪਈ ਜਦੋਂ ਤੇ ਪੁੱਛਿਆ ਜਾਣਾ ਵੀ ਤੁਹਾਡੇ ਕੋਲ ਆ ਫਾਰਮੂਲਾ ਕਿੱਥੋਂ ਹਿਮਾਚਲ ਪ੍ਰਦੇਸ਼ ਤੋਂ ਲਿਆਂਦਾ ਸੀ ਕਿ ਸਕੂਟਰਾਂ ਦੇ ਨੰਬਰ ਟਰੱਕਾਂ ਦੇ ਨਾਲ ਭਰ ਕੇ ਜੀ। ਤੇ ਤੁਸੀਂ ਮਾਲ ਢੋਂਦੇ ਰਹੇ। ਉੱਦਾਂ ਇਹੋ ਜਿਹਾ ਕੰਮ ਬਹੁਤ ਪੁੱਠਾ ਸਿੱਧਾ ਹੁੰਦਾ। ਅੱਜ ਚੰਡੀਗੜ੍ਹ ਤੋਂ ਸ਼ਬਦ ਇੱਕ ਅਖਬਾਰ ਨੇ ਦੁਆਬੇ ਦੇ ਇੱਕ ਤਹਿਸੀਲ ਹੈਡਕੁਆਟਰ ਦੀ ਖਬਰ ਦੇ ਦਿੱਤੀ ਹੈ ਕਿ 15 ਅਗਸਤ ਦੇ ਉੱਤੇ ਜਿਹੜੀ ਜਿਪਸੀ ਦੇ ਉੱਤੇ ਮੁੱਖ ਮਹਿਮਾਨ ਨੇ ਜਾ ਕੇ ਪਰੇਡ ਦਾ ਮੁਆਇਨਾ ਕੀਤਾ ਜੀ। ਉਹਦੇ ਉੱਤੇ ਜਿਹੜਾ ਨੰਬਰ ਲੱਗਾ ਉਹ ਵੀ ਕਿਸੇ ਸਕੂਟਰ ਦਾ, ਬਿਲਕੁਲ। ਔਰ ਦੂਸਰੇ ਤੀਸਰੇ ਚੌਥੇ ਜ਼ਿਲ੍ਹੇ 'ਚ ਕਿਤੇ। ਇਹ ਪਤਾ ਨਹੀਂ ਕਿਉਂ ਪੁੱਠੇ ਕੰਮ ਇਹੋ ਜਿਹੇ ਪੰਜਾਬ ਵਿੱਚ ਬਹੁਤ ਹੁੰਦੇ ਪਏ, ਔਰ ਜਿਉਂ-ਜਿਉਂ ਹੁੰਦੇ ਆ ਕਰਨ ਲੱਗਾ ਉਹ ਸਮਝਦੇ ਆ ਕਿ ਅਸੀਂ ਜੋ ਮਰਜ਼ੀ ਚਮਦੀਆਂ ਚਲੇ, ਸਾਡੇ ਵੱਲ ਕੋਈ ਵੇਖਣ ਵਾਲਾ ਹੀ ਨਹੀਂ। ਤੇ ਕਦੇ ਨਾ ਕਦੇ ਲੇਖਾ ਦੇਣਾ ਪੈ ਜਾਂਦਾ। ਜਦੋਂ ਫਸ ਜਾਂਦੇ ਆ ਫਿਰ ਇੱਕੋ ਹੀ ਹੁੰਦਾ ਜੀ, ਸਾਡੇ ਖਿਲਾਫ ਤਾਂ ਰਾਜਨੀਤਿਕ ਕਿੜ ਕੱਢੀ ਗਈ ਹੈ। ਇਹ ਰਾਜਨੀਤਿਕ ਕਿੜ ਤੁਸੀਂ ਇਸ ਕਰਕੇ ਕਹਿੰਦੇ ਕਿਉਂਕਿ ਤੁਸੀਂ ਦੂਸਰਿਆਂ ਦੇ ਖਿਲਾਫ ਕੱਢੀਆਂ, ਤੁਹਾਡੀ ਵਾਰੀ ਆ ਗਈ। ਜੋ ਮਰਜ਼ੀ ਹੋਵੇ, ਪੰਜਾਬ ਦੇ ਲੋਕ ਇਹ ਚਾਹੁਣਗੇ ਕਿ ਇਸ ਲੁਧਿਆਣੇ ਵਾਲੀ ਗੱਲ ਦਾ ਸੱਚ ਵੀ ਸਾਹਮਣੇ ਆਉਣਾ ਚਾਹੀਦਾ। ਜਿਹਨੇ ਕੀਤੀ ਹੈ, ਜਿਹਨੇ ਕਰਾਈ ਹੈ, ਜੋ ਵੀ ਹੈ ਉਹਦੇ 'ਚ ਲੋਕਾਂ ਸਾਹਮਣੇ ਦੋਸ਼ੀ ਨੰਗੇ ਹੋਣੇ ਚਾਹੀਦੇ ਆ। ਸੱਚ ਤਾਂ ਪੰਨੂ ਸਾਹਿਬ ਸਾਹਮਣੇ ਆਉਣਾ ਚਾਹੀਦਾ। ਬਹੁਤ ਸਮਾਂ ਪਹਿਲਾਂ ਗੁਜਰਾਤ ਵਿੱਚ ਇੱਕ ਨਸ਼ਿਆਂ ਦੀ ਫੈਕਟਰੀ ਫੜੀ ਸੀਗੀ ਤੇ ਕੰਟੇਨਰ ਵੀ ਸੀਗੇ, ਉਹਦੇ ਵਿੱਚੋਂ ਨਸ਼ਾ ਬਰਾਮਦ ਕੀਤਾ ਗਿਆ ਸੀ। ਇਹ ਪਤਾ ਨਹੀਂ ਲੱਗਿਆ ਕਿ ਕੰਟੇਨਰ ਆਇਆ ਕਿੱਥੋਂ ਹੈ। ਹੁਣ ਗੁਜਰਾਤ ਵਿੱਚ ਖਬਰ ਆ ਰਹੀ ਹੈ ਕਿ ਉੱਥੇ ਨਸ਼ੀਲੇ ਪਦਾਰਥਾਂ ਦੀ ਇੱਕ ਫੈਕਟਰੀ ਫੜੀ ਹੈ। ਤੇ ਪੰਨੂ ਸਾਹਿਬ ਵੱਡੀ ਗੱਲ ਇਹ ਹੈ, ਪਹਿਲਾਂ ਤਾਂ ਹੈਰੋਇਨ ਹੀ ਹੁੰਦੀ ਸੀਗੀ, ਹੁਣ ਇਹ ਤੋਂ ਉੱਪਰਲੇ ਵੀ ਨਸ਼ੀਲੇ ਪਦਾਰਥ ਆਉਣ ਲੱਗ ਪਏ ਆ। ਕਿਵੇਂ ਦੇਖਦੇ ਆ? ਦੇਖੋ, ਜਿਹੜੇ ਗੁਜਰਾਤ ਵਿੱਚੋਂ ਬਹੁਤ ਵੱਡੀ ਤੇ ਮੇਰੇ ਖਿਆਲ ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੋਈ ਸੀ ਕੰਟੇਨਰ 'ਚੋਂ, ਰੌਲਾ ਇਸ ਕਰਕੇ ਪੈਂਦਾ ਸੀ ਕਿ ਉਹ ਬੰਦਰਗਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਮਿੱਤਰ ਦੀ ਹੈ ਜੀ। ਪਰ ਮਿੱਤਰ ਤੇ ਬੰਦਰਗਾਹ ਤੇ ਬੈਠਾ ਨਹੀਂ ਹੁੰਦਾ, ਉੱਥੇ ਤਾਂ ਹੇਠਲੇ ਅਫਸਰ ਉਹ ਚਲਾਉਂਦੇ ਹਨ। ਅਸੀਂ ਐਵੇਂ ਇਸ ਕਰਕੇ ਕਿ ਪ੍ਰਧਾਨ ਮੰਤਰੀ ਦਾ ਮਿੱਤਰ ਹੈ ਉਹਨੂੰ ਆਖੀ ਜਾਈਏ। ਉਹ ਜਦੋਂ ਪੁਣਛਾਣ ਚੱਲਣੀ ਸ਼ੁਰੂ ਹੋਈ ਤੇ ਪਤਾ ਲੱਗਾ ਮਾਲ ਸਾਡੇ ਪੰਜਾਬ ਤੱਕ ਵੀ ਆਉਂਦਾ ਸੀ। ਹੁਣ ਕੱਲ ਰਾਮਪੁਰਾ ਫੂਲ 'ਚੋਂ ਆ ਕੇ ਇੱਕ ਵਪਾਰੀ ਕਹਿੰਦੇ ਫੜ ਲਿਆ ਉਸ ਰਾਜ ਦੀ ਪੁਲਿਸ ਨੇ, ਕਿਉਂਕਿ ਮਾਲ ਉੱਥੋਂ ਇੱਥੋਂ ਤੱਕ ਆਉਂਦਾ ਸੀ। ਦੂਜਾ, ਪਿਛਲਿਆਂ ਦਿਨਾਂ 'ਚ ਇਹ ਹੁੰਦਾ ਸੀ ਕਿ ਬਾਹਰੋਂ ਹੀ ਆਖਿਆ ਜਾਂਦਾ ਸੀ ਪੰਜਾਬ 'ਚ ਫਲਾਣੇ ਥਾਂ ਹੈਗਾ ਤੇ ਛਾਪਾ ਮਾਰੋ। ਪਿਛਲੇ 2 ਕੁ ਮਹੀਨਿਆਂ ਤੋਂ, ਖਾਸ ਕਰਕੇ ਜਦੋਂ ਦਾ ਨਵਾਂ ਪੰਜਾਬ ਦਾ ਪੁਲਿਸ ਦਾ ਮੁਖੀ ਲੱਗਾ ਗੌਰਵ ਯਾਦਵ, ਉਦੋਂ ਤੋਂ ਉਲਟਾ ਇਹ ਖਬਰਾਂ ਆਉਣ ਲੱਗ ਪਈਆਂ ਕਿ ਮੁੰਬਈ ਦੇ ਵਿੱਚ ਪੁਲਿਸ ਡਰੱਗ ਫੜਦੀ ਹੈ ਤੇ ਪ੍ਰੈਸ ਕਾਨਫਰੰਸ 'ਚ ਇਹ ਕਹਿੰਦੀ ਹੈ ਕਿ ਡਰੱਗ ਅਸੀਂ ਪੰਜਾਬ ਦੀ ਪੁਲਿਸ ਦੇ ਮੁਖੀ ਤੋਂ ਜਿਹੜੀ ਸਾਨੂੰ ਟਿਪ ਆਈ ਸੀ ਉਹਦੇ 'ਤੇ ਫੜੀ ਹੈ। ਇਹਦਾ ਮਤਲਬ ਪੰਜਾਬ ਦੀ ਪੁਲਿਸ ਦੇ ਟਿਪ ਉੱਤੇ ਹੁਣ ਮਹਾਰਾਸ਼ਟਰ ਦੀ ਪੁਲਿਸ ਵਿੱਚ ਵੀ ਮਾਲ ਫੜਿਆ ਜਾਣ ਲੱਗ ਪਿਆ ਜੀ। ਇਹ ਸਿੱਧੂ ਮੂਸੇਵਾਲਾ ਕਤਲ ਕੇਸ ਤੋਂ ਬਾਅਦ ਪੰਜਾਬ, ਦਿੱਲੀ, ਮਹਾਰਾਸ਼ਟਰ, ਇਹ ਰਾਜਸਥਾਨ, ਕਈਆਂ ਸੂਬਿਆਂ ਦੀ ਪੁਲਿਸ ਦਾ ਆਪਸ ਵਿੱਚ ਤਾਲਮੇਲ ਵਧਿਆ, ਔਰ ਇਹ ਜੇ ਤਾਲਮੇਲ ਵੱਧ ਕੇ ਡਰੱਗ ਨੂੰ ਰੋਕਣ ਤੱਕ ਪਹੁੰਚ ਜਾਵੇ ਤੇ ਚੰਗੀ ਗੱਲ ਹੈ। ਪਰ ਮਾੜੀ ਗੱਲ ਕੀ ਹੈ, ਕੁਝ ਥਾਵਾਂ ਦੇ ਉੱਤੇ ਅਜੇ ਵੀ ਪੁਲਿਸ ਵਾਲੇ ਇੱਕ ਦੂਸਰੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਆ, ਜੇ ਵੇਖਦੇ ਨਾ ਹੋਣ। ਔਰ ਸ਼ੱਕ ਦੇ ਕਾਰਨ ਵੀ ਹੈਗੇ ਆ। ਲੋਕਲ ਪੁਲਿਸ ਕਈਆਂ ਥਾਵਾਂ ਤੇ ਅਪਰਾਧੀਆਂ ਨਾਲ ਮਿਲੀ ਆ, ਬਿਲਕੁਲ, ਔਰ ਮਿਲ ਕੇ ਕੰਮ ਕਰਾਉਂਦੀ ਪਈ ਹੈ। ਉੱਥੇ ਤੁਰਿਆ ਜਾਂਦਾ ਹੋਵੇ ਕੋਈ ਵਿਚਾਰਾ ਡਰੱਗ ਖਾਣ ਵਾਲਾ, ਜਿਹੜਾ ਪਹਿਲਾਂ ਹੀ ਉਹ ਵੀ ਪੱਟਿਆ ਪਿਆ, ਘਰ ਵੀ ਉਹਦਾ ਦੁਖੀ ਹੈ, ਉਹਨੂੰ ਫੜ ਲੈਂਦੇ ਆ। ਪਰ ਜਿਹ ਤੋਂ ਲਿਆ ਕੇ ਉਹ ਖਾਂਦਾ, ਜਿਹੜੇ ਵੇਚਦੇ ਉਹਨਾਂ ਨੂੰ ਪੁਲਿਸ ਨਹੀਂ ਫੜ ਰਹੀ। ਸਾਡੇ ਕੋਲ ਇਹੋ ਜਿਹੀਆਂ ਬਹੁਤ ਕਹਾਣੀਆਂ ਨੇ। ਉੱਥੇ ਹੁਣ ਹੋਇਆ ਕੀ ਹੈ ਕਿ ਮਹਾਰਾਸ਼ਟਰ ਦੀ ਪੁਲਿਸ ਨੇ ਆ ਕੇ ਗੁਜਰਾਤ ਦੀ ਪੁਲਿਸ ਨੂੰ ਦੱਸੇ ਬਗੈਰ ਅੰਕਲੇਸ਼ਵਰ ਦੇ 'ਚ ਛਾਪਾ ਮਾਰਿਆ। ਉਹ ਛਾਪੇ ਦੇ ਵਿੱਚ ਉੱਥੋਂ ਗਾਂ ਦੂਸਰੀ ਸੂਹ ਮਿਲੀ, ਦੂਸਰੀ ਤੋਂ ਤੀਸਰੀ ਮਿਲੀ, ਤੀਸਰੀ ਥਾਂ ਦੇ ਉੱਤੇ ਗੁਜਰਾਤ ਵਿੱਚ ਜਾ ਕੇ ਜਿਹੜਾ ਛਾਪਾ ਮਾਰਿਆ, ਉੱਥੋਂ 1026 ਕਰੋੜ ਇੰਨੇ ਦੀ ਜਿਹੜੀ ਮਤਲਬ ਇੰਨੀ ਜਿਹੜੀ ਮਤਲਬ ਹੈਗੀ ਇੰਨੇ ਕਿਲੋ ਉਹ ਡਰੱਗ ਫੜੀ ਗਈ ਆ। ਇੱਕ ਫੈਕਟਰੀ ਉੱਥੇ ਚੱਲਦੀ ਫੜੀ ਗਈ ਹੈ, ਜਿਹੜੀ ਫੈਕਟਰੀ ਦੇ ਵਿੱਚ ਮਾਲ ਬਣਦਾ ਸੀ ਜੀ। ਤੇ ਉੱਥੇ ਬਾਕੀ ਵਰਕਰ ਤੇ ਫੜੇ ਗਏ, ਮਾਲਕ ਭੱਜ ਗਿਆ। ਇੱਕ ਔਰਤ ਫੜੀ ਗਈ ਹੈ ਜਿਹੜੀ ਕਹਿੰਦੇ ਇਸ ਟ੍ਰੇਡ ਨਾਲ ਜੁੜੀ ਹੈ। ਤੇ ਸਭ ਤੋਂ ਵੱਡੀ ਗੱਲ ਇਹ ਕਿ ਉੱਥੇ 2 ਕੈਮੀਕਲ ਐਕਸਪਰਟ ਫੜੇ ਗਏ ਜਿਹੜੇ ਕੈਮੀਕਲ ਤੋਂ ਅੱਡ-ਅੱਡ ਕਿਸਮ ਦੀ ਡਰੱਗ ਬਣਾਉਣ ਦੇ ਮਾਹਰ ਸੀ ਜੀ। ਹੁਣ ਉਹ ਬੰਦੇ ਗੁਜਰਾਤ ਵਿੱਚ ਬੈਠੇ ਉੱਥੋਂ ਇਦਾਂ ਦੀ ਫੈਕਟਰੀ ਬਣਾ ਕੇ, ਮਾਲ ਬਣਾ ਕੇ ਹਿੰਦੁਸਤਾਨ ਭਰ ਦੇ ਵਿੱਚ ਸਪਲਾਈ ਕਰਦੇ ਪਏ। ਹੁਣ
ਤੇ ਗੁਜਰਾਤ ਦੀ ਪੁਲਿਸ ਨੂੰ ਪਤਾ ਹੀ ਨਹੀਂ ਲੱਗੇ ਤੇ ਮਹਾਰਾਸ਼ਟਰ ਵਾਲੇ ਆ ਕੇ ਉੱਥੇ ਰੇਡ ਕਰਨ। ਮੈਂ ਕਹਿੰਦਾ ਇਹ ਵੀ ਗੱਲ ਚੰਗੀ ਹੋਈ ਕਿ ਉਹਨਾਂ ਨੇ ਆ ਕੇ ਉੱਥੇ ਰੇਡ ਕਰਕੇ ਫੜ ਲਿਆ। ਜੇ ਗੁਜਰਾਤ ਦੀ ਪੁਲਿਸ ਨੂੰ ਦੱਸਦੇ ਤੇ ਹੋ ਸਕਦਾ ਆਉਂਦਿਆਂ ਤੱਕ ਬੰਦੇ ਸਾਰੇ ਉੱਥੋਂ ਸਾਰਾ ਕੁਝ ਸਮਾਨ ਆਸੇ-ਪਾਸੇ ਕਰ ਦਿੰਦੇ। ਸਾਡੇ ਕੋਲ ਇਹੋ ਜਿਹੀਆਂ ਪਿਛਲੀਆਂ ਕਈ ਮਿਸਾਲਾਂ ਹੈਗੀਆਂ ਜਿੱਥੇ ਲੋਕਲ ਪੁਲਿਸ ਚੋਰਾਂ ਨਾਲ ਰਲ ਜਾਂਦੀ ਰਹੀ ਹੈ। ਹੁਣ ਜੋ ਵੀ ਹੋਇਆ ਇਹ ਤੋਂ ਬਾਅਦ ਸਰਕਾਰ ਤਾਂ ਮਹਾਰਾਸ਼ਟਰ 'ਚ ਵੀ ਭਾਜਪਾ ਦੀ ਹੈ। ਏਕਨਾਥ ਸ਼ਿੰਦੇ ਤੇ ਅਗਲੇ ਪਾਸੇ ਪੇਪਰ ਵੇਟ ਹੀ ਬਿਠਾਇਆ। ਗੁਜਰਾਤ ਵਿੱਚ ਵੀ ਉਹਨਾਂ ਦੀ ਹੈ। ਜੇ ਦੋਵਾਂ ਥਾਵਾਂ ਤੇ ਉਹਨਾਂ ਦੀ ਹੈ ਤੇ ਉਹਨਾਂ ਦੋਵਾਂ ਥਾਵਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਹੋਇਆ ਤੇ ਫੈਕਟਰੀ ਫੜੀ ਗਈ ਹੈ। ਇਸ ਫੈਕਟਰੀ ਦੇ ਫੜੇ ਜਾਣ ਤੋਂ ਬਾਅਦ ਹੁਣ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਉਹ ਵੀ ਗੁਜਰਾਤ ਦਾ ਤੇ ਦੇਸ਼ ਦਾ ਗ੍ਰਹਿ ਮੰਤਰੀ ਵੀ ਗੁਜਰਾਤ ਦਾ ਜੀ। ਜੇ ਅੱਗੇ ਉੱਥੋਂ ਗੁਜਰਾਤ ਦੀ ਬੰਦਰਗਾਹ ਤੋਂ ਮਾਲ ਫੜਿਆ ਗਿਆ ਸੀ ਤਾਂ ਵੀ ਰੌਲਾ ਪਿਆ ਸੀ। ਹੁਣ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਨਿੱਜੀ ਦਖਲ ਦੇ ਕੇ ਮਾਮਲਾ ਲੋਕਾਂ ਸਾਹਮਣੇ ਸੱਚ ਲਿਆਉਣਾ ਚਾਹੀਦਾ, ਕਿਉਂਕਿ ਸਵਾਲ ਇਹ ਹੈ ਕਿ ਉਹਨਾਂ ਦੇ ਆਪਣੇ ਹੋਮ ਸਟੇਟ 'ਚ ਕੀ ਧੰਦਾ ਹੋ ਰਿਹਾ। ਜੀ ਪੰਜ ਸਾਹਿਬ, ਅਗਲੀ ਗੱਲ ਕਰਦੇ ਆ ਪੰਜਾਬ ਦੀ। ਪੰਜਾਬ ਸਰਕਾਰ ਜਦੋਂ ਦੀ ਬਣੀ ਹੈ, ਨਵੇਂ ਵਾਅਦੇ ਕੀਤੇ ਸੀ, ਮੰਤਰੀ ਕਹਿੰਦੇ ਅਸੀਂ ਗਰੰਟੀਆਂ ਪੂਰੀਆਂ ਕਰਦੇ ਪਏ ਹਾਂ। ਰਾਸ਼ਨ ਘਰ ਘਰ ਤੱਕ ਪਹੁੰਚਾਉਣ ਦੀ ਗੱਲ ਤਾਂ ਠੀਕ ਸੀਗੀ। ਹੁਣ ਕਹਿੰਦੇ ਆ ਕਿ ਬਜ਼ੁਰਗਾਂ ਨੂੰ ਜਿਹੜੀ ਪੈਨਸ਼ਨ ਮਿਲਣੀ ਆ ਬੁਢਾਪਾ, ਉਹ ਵੀ ਘਰ ਘਰ ਤੱਕ ਪਹੁੰਚਿਆ ਕਰੇਗੀ। ਇੱਕ ਸਮਾਂ ਸੀ ਜਦੋਂ ਜੋੜੇ ਘਸ ਜਾਂਦੇ ਸੀ ਚੱਪਲਾਂ ਦੇ, ਬਜ਼ੁਰਗ ਜਾਂਦੇ ਸੀ, ਕੰਪਿਊਟਰ ਖਰਾਬ ਹੈ। ਫਿਰ ਕਿਵੇਂ ਦੇਖਦੇ ਆ ਜੇਕਰ ਇਹ ਘਰ ਘਰ ਤੱਕ ਸਕੀਮ ਸ਼ੁਰੂ ਹੁੰਦੀ ਹੈ ਤਾਂ? ਮੈਂ ਸਕੀਮ ਦੇ ਪੱਖ 'ਚ ਜਦੋਂ ਕਰੋਨਾ ਵਾਇਰਸ ਦੇ ਦਿਨ ਸੀ, ਉਸ ਮਾਰ ਦੇ ਦਿਨਾਂ 'ਚ ਇੱਕ ਜ਼ਿਲ੍ਹੇ ਦੇ ਵਿੱਚ, ਸ਼ਾਇਦ ਮਾਨਸਾ ਦੇ ਵਿੱਚ, ਜਿੱਥੇ SSP ਨਰਿੰਦਰ ਭਾਰਗਵ ਸੀ, ਉਹਨੇ ਇਹ ਸਕੀਮ ਚਲਾਈ ਸੀ ਕਿ ਕਰੋਨਾ ਦਾ ਕਰਕੇ ਬੁੜਿਆਂ ਨੂੰ ਘਰੋਂ ਨਾ ਨਿਕਲਣਾ ਪਵੇ। ਸਾਡੇ ਜਿਹੜੇ ਪੁਲਿਸ ਕੰਟਰੋਲ ਰੂਮ ਵਾਲੇ PCR ਵਾਲੇ ਮੋਟਰਸਾਈਕਲ ਜਾਂਦੇ ਆ, ਇਹ ਉਹਨਾਂ ਨੂੰ ਪੈਨਸ਼ਨ ਵੀ ਘਰੇ ਪਹੁੰਚਾ ਆਇਆ ਕਰ। ਇਹਦੇ 2-3 ਫਾਇਦੇ ਸੀ। ਇੱਕ ਤਾਂ ਇਹ ਕਿ ਅਗਲੇ ਪਾਸੇ ਬੈਂਕਾਂ ਵੀ ਬੰਦ ਆ, ਗਏ ਵੀ ਤੇ ਪਤਾ ਨਹੀਂ ਕਿਸੇ ਮਿਲਣਾ ਕਿ ਨਹੀਂ ਮਿਲਣਾ, ਤੇ ਬੁੜਿਆਂ ਨੂੰ ਕਰੋਨਾ ਦੀ ਮਾਰ ਦੇ ਦਿਨਾਂ 'ਚ ਘਰੋਂ ਨਿਕਲਣਾ ਪਊ, ਕਰਫਿਊ ਤੋੜਨਾ ਪਊ। ਦੂਸਰਾ, ਜੇ ਉਹਨਾਂ ਨਾ ਮਿਲਿਆ ਤੇ ਉਹ ਖਾਣਗੇ ਕੀ, ਪਤਾ ਨਹੀਂ ਕੋਈ ਉਹਨਾਂ ਦਾ ਵਾਰਸ ਹੈਗਾ ਕਿ ਇਕੱਲੇ ਨੇ। ਤੀਸਰਾ, ਇਹ ਪਤਾ ਲੱਗ ਜਾਊਗਾ ਕਿ ਜਿਉਂਦੇ ਆ, ਕਿਤੇ ਅੰਦਰ ਘਰ 'ਚ ਮਰੇ ਤਾਂ ਨਹੀਂ ਪਏ। PCR ਵਾਲੇ ਇਸੇ ਬਹਾਨੇ ਜਾ ਕੇ ਪਤਾ ਹੀ ਕਰ ਲੈਣਗੇ। ਤੇ ਸਭ ਤੋਂ ਵੱਡੀ ਗੱਲ ਇਹ ਕਿ ਪਤਾ ਲੱਗ ਜੂ ਕਿ ਹੈਗੇ ਆ ਕਿ ਉਹਨਾਂ ਦੇ ਨਾਂ ਤੇ ਵਾਰਸ ਪੈਨਸ਼ਨਾਂ ਲਈ ਜਾਂਦੇ ਜੀ। ਸਾਡੇ ਪੰਜਾਬ 'ਚ ਇਹ ਕੰਮ ਬਹੁਤ ਹੁੰਦਾ। ਅਜੇ ਪਿਛਲੇ ਹਫ਼ਤੇ ਅਸੀਂ ਹਰਿਆਣੇ ਦੀ ਗੱਲ ਕੀਤੀ ਹੈ। 91,000 ਪੈਨਸ਼ਨਰ ਉਹ ਨੇ ਜਿਹੜੇ ਮਰ ਚੁੱਕੇ ਆ ਤੇ ਉਹਨੇ ਵਾਰਸ ਪੈਨਸ਼ਨਾਂ ਲੈ ਰਹੇ। ਔਰ ਹਰਿਆਣੇ 'ਚ 1,000 ਤੋਂ ਵੱਧ ਪੈਨਸ਼ਨਰ ਉਹ ਨਿਕਲੇ ਆ ਜਿਹੜੇ ਸਿਰਫ ਇਹ ਨਹੀਂ ਕਿ ਮਰ ਚੁੱਕੇ ਆ, ਅਗਲੀ ਗੱਲ ਇਹ ਕਿ ਉਹਨਾਂ ਦੀਆਂ ਪੈਨਸ਼ਨਾਂ ਉਦੋਂ ਸ਼ੁਰੂ ਹੋਈਆਂ ਜਦੋਂ ਉਹ ਮਰ ਚੁੱਕੇ ਸੀ। ਉਹਨਾਂ ਦੇ ਮਰਨ ਤੋਂ ਬਾਅਦ ਕਿਸੇ ਨੇ ਕਰਾ ਲਈਆਂ ਤੇ ਖਾਧੀਆਂ ਜਾ ਰਹੀਆਂ ਨੇ। ਔਰ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਪੈਨਸ਼ਨਾਂ ਸਿਰਫ ਇੱਕੋ ਆਧਾਰ ਨੰਬਰ ਦੇ ਕੇ ਤੇ ਉਹਦੇ ਉੱਤੇ ਚਾਲੂ ਕਰਾਈਆਂ ਗਈਆਂ। ਤੇ ਕੰਮ ਸਾਡੇ ਪੰਜਾਬ 'ਚ ਨਹੀਂ ਹੋ ਸਕਦਾ। ਪੰਜਾਬ ਵਾਲੇ ਦੁੱਧ ਧੋਤੇ। ਇੱਥੇ ਇੱਕ ਵਾਰੀ ਇੱਥੇ ਮੋਗੇ ਜ਼ਿਲ੍ਹੇ ਦੇ ਧਰਮਕੋਟ ਇਲਾਕੇ 'ਚ ਇਹ ਕੰਮ ਫੜਿਆ ਗਿਆ ਸੀ ਕਿ ਮੁਰਦਿਆਂ ਦੇ ਨਾਂ ਤੇ ਪੈਨਸ਼ਨਾਂ ਜਾਣ ਰਹੀਆਂ ਤੇ ਬੈਂਕ ਦੇ ਮੈਨੇਜਰ ਤੇ ਸਰਪੰਚ ਦੂਸਰੇ ਰਲ ਕੇ ਖਾਈ ਜਾਂਦੇ। ਸਗਨ ਸਕੀਮ ਦਾ ਰੌਲਾ ਪੈ ਗਿਆ ਸੀ। ਅੰਮ੍ਰਿਤਸਰ ਤੋਂ ਭਿੱਖੀਵਿੰਡ ਵਾਲੇ ਪਾਸੇ ਨਿਕਲੋ ਤੇ ਜਿਹੜਾ ਪਹਿਲਾ ਪਿੰਡਾਂ ਦਾ ਪਹਿਲਾ ਜਾਂ ਦੂਸਰਾ ਜਾਂ ਤੀਸਰਾ ਪਿੰਡ ਹੈ, ਉਸ ਪਿੰਡ ਦੇ ਵਿੱਚ ਇੱਕੋ ਮਹੀਨੇ 'ਚ 29 ਵਿਆਹ ਹੋ ਗਏ ਸੀ। ਔਰ ਉਹਨਾਂ 'ਚ ਇੱਕ ਕੁੜੀ ਦੇ 3 ਵਿਆਹ ਇੱਕੋ ਮਹੀਨੇ 'ਚ ਹੋ ਗਏ ਸੀ, ਕਿਉਂਕਿ ਸਰਕਾਰ ਤੋਂ ਪੈਨਸ਼ਨਾਂ ਲੈਣੀਆਂ ਸੀ। ਫਰੀਦਕੋਟ ਦੇ ਵਿੱਚ ਇੱਕ ਕਾਉਂਸਲਰ ਨੇ ਆਪਣੀ ਮਾਂ ਨੂੰ 2 ਕੁੜੀਆਂ ਦੇ ਵਿਆਹ ਦੇ ਸ਼ਗਨ ਦੇ ਚੈੱਕ ਦਵਾ ਦਿੱਤੇ ਸੀ। ਤੇ ਕਮਾਲ ਦੀ ਗੱਲ ਇਹ ਕਿ ਉਸ ਕਾਉਂਸਲਰ ਦੀਆਂ ਭੈਣਾਂ ਹੀ ਨਹੀਂ, ਜਾਂ ਤਾਂ ਉਹਦੀ ਮਾਂ ਦੇ ਘਰ ਕੁੜੀਆਂ ਜੰਮੀਆਂ ਨਹੀਂ ਸੀ ਜਾਂ ਜੰਮਣ ਨਹੀਂ ਸੀ ਦਿੱਤੀਆਂ, ਪਰ ਲੈ ਲਿਆ ਸੀ ਇਹ। ਹੁਣ ਜੇ ਪੈਨਸ਼ਨਾਂ ਘਰ ਘਰ ਪਹੁੰਚਣਗੀਆਂ, ਡਿਲੀਵਰੀ ਐਟ ਹੋਮ ਸਟੈਪ ਜਦੋਂ ਹੋਵੇਗੀ, ਜਿਹੜੇ ਜਾਣਗੇ ਘਰ ਪੈਨਸ਼ਨ ਦੇਣ ਵਾਸਤੇ, ਉਹ ਨਾਲੇ ਵੀ ਤਾਂ ਚੈੱਕ ਕਰ ਲੈਣਗੇ ਬੁੜਾ ਹੈਗਾ ਕਿ ਨਹੀਂ ਜੀ। ਉਹਦੀ ਫੋਟੋ ਤੇ ਕੋਲ ਆ, ਉਹ ਵੇਖ ਆਉਣਗੇ। ਇਹ ਵੀ ਵੇਖ ਆਉਣਗੇ ਕਿ ਘਰ ਕਿੱਦਾਂ ਦਾ। ਜੇ ਘਰ 'ਚ 2 ਕਾਰਾਂ ਖੜੀਆਂ ਨੇ ਤਾਂ ਤਸਦੀਕ ਵੀ ਕਰ ਦੇਣਗੇ। ਔਰ ਇਹਦੇ 'ਚ ਇਹ ਵੀ ਪਤਾ ਲੱਗ ਜੂ ਕਿਤੇ ਇੱਕੋ ਬੁੱਢੇ ਦੀਆਂ 2-3 ਐਡਰੈਸਾਂ ਦੇ ਉੱਤੇ ਪੈਨਸ਼ਨਾਂ ਤਾਂ ਨਹੀਂ ਚੱਲਦੀਆਂ ਪਈਆਂ। ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਜਾਣਗੀਆਂ। ਵਿਧਵਾ ਪੈਨਸ਼ਨ ਵੀ ਇਸ ਤਰ੍ਹਾਂ ਹੀ ਚੈੱਕ ਕਰ ਲੈਣੀਆਂ ਚਾਹੀਦੀਆਂ, ਕਿਉਂਕਿ ਉਦੋਂ ਜਦੋਂ ਧਰਮਕੋਟ ਦਾ ਮਾਮਲਾ ਆਇਆ ਸੀ, ਸਾਰੇ ਪੰਜਾਬ 'ਚੋਂ ਸਿਰਫ ਇੱਕ ਬਲਾਕ ਦਾ ਜ਼ਿਕਰ ਆਇਆ ਸੀ ਤੇ ਪੜਤਾਲ 'ਚ ਪਤਾ ਲੱਗਾ ਸੀ ਕੁਆਰੀਆਂ ਕੁੜੀਆਂ ਨੂੰ ਵਿਆਹੀਆਂ ਵਿਖਾ ਕੇ, ਵਿਆਹੀਆਂ ਤੋਂ ਬਾਅਦ ਵਿਧਵਾ ਵਿਖਾ ਕੇ ਪੈਨਸ਼ਨਾਂ ਦਵਾਈਆਂ ਜਾ ਰਹੀਆਂ ਸੀ। ਇਹ ਕੰਮ ਹੁਣ ਨਹੀਂ ਹੋ ਸਕਦਾ। ਤੇ ਜੇ ਹੁੰਦਾ ਹੋਵੇ ਤੇ ਉਹਨੇ ਚੈੱਕ ਕਰਨ ਵਾਸਤੇ ਮੈਂ ਸਮਝਦਾ ਇੱਕ ਗੱਲ ਤੇ ਕਿ ਸਾਰਾ ਕੁਝ ਚੈੱਕ ਹੋ ਜੂ।
ਦੂਸਰਾ ਬਜ਼ੁਰਗਾਂ ਨੂੰ ਸਹੂਲਤ ਹੋ ਜਾਊਗੀ। ਅੱਜ 2-3 ਮਹੀਨੇ ਪਹਿਲਾਂ ਦੀ ਗੱਲ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਬਜ਼ੁਰਗ ਮਰ ਗਿਆ। ਉਹ ਇਸ ਕਰਕੇ ਮਰ ਗਿਆ ਕਿ ਉਹਦੇ ਪਰਿਵਾਰ ਦੇ ਵਿੱਚ ਗਰੀਬੀ ਬਹੁਤ ਸੀ, ਪੈਨਸ਼ਨ ਦੇ ਪੈਸੇ ਬੈਂਕ 'ਚ ਜਮ੍ਹਾਂ ਹੋਏ ਸੀ। ਪਰਿਵਾਰ ਵਾਲੇ ਬੈਂਕ ਵਾਲਿਆਂ ਨੂੰ ਕਹਿੰਦੇ ਸੀ ਕਿ ਇੱਥੋਂ ਤੱਕ ਆਉਣ ਦੀ ਹਾਲਤ ਵਿੱਚ ਨਹੀਂ, ਜਾਂ ਤਾਂ ਘਰ ਬੰਦਾ ਭੇਜ ਦਿਓ ਤਸਦੀਕ ਕਰਕੇ ਲਿਓ। ਉਹ ਕਹਿੰਦੇ ਸੀ ਅਸੀਂ ਇਹ ਕਰ ਹੀ ਨਹੀਂ ਸਕਦੇ, ਸਾਡੇ ਰੂਲਸ ਵਿੱਚ ਨਹੀਂ। ਅਖੀਰ ਉਹਦੇ ਬੰਦੇ ਦੀ ਧੀ ਤੇ ਦੋਹਤੀ ਉਹ ਗੁਆਂਢੀਆਂ ਦੀ ਮਦਦ ਨਾਲ ਮੰਜਾ ਧੂ ਧਾ ਕੇ ਕਿਸੇ ਤਰੀਕੇ ਬੈਂਕ ਦੇ ਬਾਹਰ ਤੱਕ ਲਿਆਈਆਂ, ਤੇ ਬਾਹਰ ਆਈਆਂ ਤੋਂ ਮੈਨੇਜਰ ਨੂੰ ਆਖਿਆ ਬਾਹਰ ਜਾ ਕੇ ਚੈੱਕ ਕਰ ਲਓ। ਕਹਿੰਦਾ ਮੈਂ ਨਹੀਂ ਕਰਦਾ, ਮੇਰਾ ਕੰਮ ਬੈਂਕ ਦੇ ਅੰਦਰ ਆਏ ਤੋਂ ਚੈੱਕ ਕਰਨਾ, ਮੇਰਾ ਨਹੀਂ। ਬਹੁਤ ਰੌਲਾ ਪਿਆ, ਭੀੜ ਇਕੱਠੀ ਹੋਈ, ਉਹਨੇ ਚੰਨੂ ਬੁੜਾ ਮਰ ਗਿਆ ਸੀ। ਜੇ ਇਹੋ ਜਿਹੀ ਹਾਲਤ ਵਿੱਚ ਹੋਵੇ, ਪੈਨਸ਼ਨ ਵੀ ਲੱਗੀ ਆ ਤੇ ਉਹਨੂੰ ਦਵਾਈ ਦੇ ਵਕਤ ਮਿਲਣੀ ਨਹੀਂ ਜਦੋਂ ਉਹਨੂੰ ਲੋੜ ਹੈ, ਜੋ ਕੱਲ੍ਹ ਨੂੰ ਮਰ ਗਿਆ ਫਿਰ ਕੀ ਬਣੂ ਜੀ। ਇਸੇ ਬਹਾਨੇ ਨਾਲੇ ਤੇ ਪੈਨਸ਼ਨਾਂ ਚੈੱਕ ਹੋ ਜਾਣਗੀਆਂ ਕਿ ਅਸਲੀ ਬੰਦੇ ਨੂੰ ਮਿਲਦੀਆਂ ਕਿ ਨਹੀਂ ਮਿਲਦੀਆਂ, ਕਦੇ ਵਾਸਤਾ ਨਹੀਂ ਲਈ ਜਾਂਦੇ, ਤੇ ਨਾਲੇ ਇਹ ਕਿ ਪੈਨਸ਼ਨ ਉਹਨਾਂ ਨੂੰ ਵਕਤ ਸਿਰ ਮਿਲ ਜਾਇਆ ਕਰੇਗੀ। ਸਰਕਾਰ ਦਾ ਕੋਈ ਕਰਿੰਦਾ ਜਾ ਕੇ ਦੇ ਆਇਆ ਕਰੇਗਾ। ਜਿਹੜੀਆਂ ਖਾਤਿਆਂ 'ਚ ਪਈਆਂ ਪੈਨਸ਼ਨਾਂ ਨੇ, ਤੇ ਹਰ ਸਾਲ ਉੱਥੇ ਲਿਖ ਕੇ ਦੇਣਾ ਪੈਂਦਾ ਕਿ ਮੈਂ ਜੇ ਜਿਉਣਾ, ਜਿੰਦਾ ਹੋਣ ਦਾ ਸਰਟੀਫਿਕੇਟ ਦੇਣਾ ਪੈਂਦਾ। ਉਹਦੇ ਬਜਾਏ ਜਿਹੜਾ ਉੱਥੇ ਕਰਿੰਦਾ ਜਾਵੇਗਾ ਉਹ ਲਿਖ ਦਿਆ ਕਰੇਗਾ ਜੀ ਜਿਉਂਦਾ ਜਾਗਦਾ ਮੈਨੂੰ ਦਿਆਂ। ਇਹ ਸਕੀਮ ਜੇ ਚਾਲੂ ਹੁੰਦੀ ਹੈ ਤਾਂ ਵਧੀਆ ਸਕੀਮ ਜੀ। ਪਰ ਸਾਹਿਬ ਉੱਧਰ ਭਾਜਪਾ ਦੀ ਗੱਲ ਕਰਦੇ ਆ, ਇੱਕ ਪਾਰਲੀਮੈਂਟ ਬੋਰਡ ਬਣਾਇਆ ਹੈ, ਉਹਦੇ ਵਿੱਚ ਹੁਣ ਯੇਦੀਯੁਰੱਪਾ ਸਾਹਿਬ ਤੇ ਸੋਨੇਵਾਲ ਹੋਰਾਂ ਨੂੰ ਅੰਦਰ ਲਿਆਂਦਾ ਆ, ਤੇ ਉਧਰ ਨਿਤਿਨ ਗਡਕਰੀ ਹੋਰਾਂ ਦੀ ਛੁੱਟੀ ਕਰ ਦਿੱਤੀ ਹੈ, ਨਾਲ ਸ਼ਾਇਦ ਸ਼ਿਵਰਾਜ ਹੋਣੀ ਵੀ ਹੈ। ਇਹ ਨਿਤਿਨ ਗਡਕਰੀ ਹੋਰਾਂ ਦਾ ਇੱਕ ਬਿਆਨ ਪਹਿਲਾਂ ਬਹੁਤ ਚਰਚਾ ਵਿੱਚ ਰਿਹਾ ਸੀ। ਉਹ ਕਹਿੰਦੇ ਸੀ ਜਿਹੜੇ MLA ਇਸ ਕਰਕੇ ਦੁਖੀ ਆ, ਮੰਤਰੀ ਨਹੀਂ ਬਣਦੇ, ਮੰਤਰੀ ਇਸ ਕਰਕੇ ਦੁਖੀ ਆ, ਮੁੱਖ ਮੰਤਰੀ ਨਹੀਂ ਬਣਦੇ। ਉਹਨਾਂ ਦਾ ਕੋਈ ਦਰਦ ਸੀਗਾ ਜਾਂ ਫਿਰ ਸੁਣ ਲਈ ਆ? ਲੈ, ਇੱਥੇ ਕੌਣ ਕਿਹਦਾ ਜੀ ਨਹੀਂ ਕਰਦਾ ਉੱਪਰਲੀ ਕੁਰਸੀ ਤੇ ਜਾਣ ਨੂੰ। ਲਾਲੂ ਪ੍ਰਸਾਦ ਨੇ ਭਰੀ ਪਾਰਲੀਮੈਂਟ 'ਚ ਆਖਿਆ ਸੀ, ਇੱਥੇ ਜਿਹਦਾ ਨਾਂ ਲਓ ਪ੍ਰਧਾਨ ਮੰਤਰੀ ਬਣਨ ਨੂੰ ਫਿਰਦਾ, ਉਹ ਕਹਿੰਦਾ ਮੇਰੇ ਮਨ 'ਚ ਖਾਸ਼ ਨਹੀਂ, ਕਹਿੰਦਾ ਬਾਕੀਆਂ ਦੇ ਨਾਂ ਉਹ, ਮੇਰੇ ਮਨ 'ਚ ਤੇ ਖਾਸ਼ ਹੈ। ਮੈਂ ਜਦੋਂ ਵੇਖਦਾ ਮਨਮੋਹਨ ਸਿੰਘ ਨੂੰ ਕੁਰਸੀ ਤੇ ਬੈਠਿਆ ਤੇ ਮੇਰੇ ਮਨ 'ਚ ਆਉਂਦਾ ਮੈਂ ਕਿਉਂ ਨਹੀਂ ਇੱਥੇ ਬੈਠ ਸਕਦਾ। ਉਹਨੇ ਭਰੀ ਪਾਰਲੀਮੈਂਟ 'ਚ ਇਹ ਗੱਲ ਕਹਿ ਦਿੱਤੀ ਸੀ, ਬਾਕੀ ਨਹੀਂ ਮੰਨਦੇ। ਇੱਥੇ ਵੀ ਹੈ, ਨਿਤਿਨ ਗਡਕਰੀ ਠੀਕ ਕਹਿੰਦਾ। ਸਰਪੰਚ ਚਾਹੁੰਦਾ ਮੈਂ MLA ਬਣ ਜਾ, MLA ਚਾਹੁੰਦਾ ਮੰਤਰੀ ਬਣ ਜਾ, ਮੰਤਰੀ ਚਾਹੁੰਦਾ ਮੁੱਖ ਮੰਤਰੀ ਬਣ ਜਾ, ਮੁੱਖ ਮੰਤਰੀ ਚਾਹੁੰਦਾ ਮੈਂ ਪ੍ਰਧਾਨ ਮੰਤਰੀ ਬਣ ਜਾ। ਨਿਤਿਸ਼ ਕੁਮਾਰ ਨਹੀਂ ਚਾਹੁੰਦੇ ਕਿ ਮੈਂ ਪ੍ਰਧਾਨ ਮੰਤਰੀ ਬਣਾ। ਨਹੀਂ ਚਾਹੁੰਦਾ, ਜਿਹੜਾ ਮੁੜ ਕੇ ਕਹਿੰਦਾ ਨਾ ਮੈਂ ਨਹੀਂ ਚਾਹੁੰਦਾ, ਨਿਕਲਦੀ ਹੈ ਜੀ। ਜਿਹੜਾ ਮੁੜ ਕੇ ਕਹਿੰਦਾ ਮੈਂ ਨਹੀਂ ਚਾਹੁੰਦਾ, ਅਸਲ 'ਚ ਸਭ ਤੋਂ ਵੱਧ ਚਾਹੁੰਦਾ, ਤਾਂ ਕਰਕੇ ਜੀ ਉਹ ਤਾਂ ਰਾਤ ਦਿਨ ਉਸ ਕੁਰਸੀ ਵੱਲ ਝਾਕਦਾ, ਹੋਰ ਕੋਈ ਕੰਮ ਹੀ ਕੋਈ ਨਹੀਂ। ਉਹਨੂੰ ਛੱਡੋ ਇਸ ਗੱਲ ਨੂੰ। ਜਿਹੜੇ ਇਹਨਾਂ ਨੇ ਪਾਰਲੀਮੈਂਟਰੀ ਬੋਰਡ ਨਵੇਂ ਸਿਰਿਓਂ ਬਣਾਇਆ, ਇਹ ਰੀਕਨਸਟੀਟਿਊਟ ਕਰਨ ਦਾ ਪਾਰਟੀ ਦਾ ਹੱਕ ਹੈ, ਉਹਨਾਂ ਨੇ ਕੀਤਾ, ਕਰੋ ਜ਼ਰੂਰ। ਅਗਲੀ ਗੱਲ ਇਹ ਹੈ ਕਿ ਇਹ 'ਚੋਂ ਨਿਤਿਨ ਗਡਕਰੀ ਕੱਢਤਾ, ਉਹ ਕੱਢਣਾ ਵੀ ਪੈਣਾ ਸੀਗਾ ਪਿਛਲੇ ਸਮੇਂ ਦੇ, ਕਿਉਂਕਿ ਨਰਿੰਦਰ ਮੋਦੀ ਤੋਂ ਸੀਨੀਅਰ ਸੀ ਜੀ। ਨਰਿੰਦਰ ਮੋਦੀ ਕੇਂਦਰ 'ਚ ਬਾਅਦ 'ਚ ਆਇਆ, ਉਹ ਪਹਿਲਾਂ 2 ਵਾਰੀ ਭਾਜਪਾ ਦਾ ਆਲ ਇੰਡੀਆ ਪ੍ਰਧਾਨ ਬਣ ਚੁੱਕਾ ਸੀ, ਇਸ ਕਰਕੇ ਉਹ ਨਰਿੰਦਰ ਮੋਦੀ ਤੋਂ ਸੀਨੀਅਰ ਸੀ, ਤੇ ਉਹਨੂੰ ਹਰ ਗੱਲ ਦੇ ਵਿੱਚ ਜਿੱਦਾਂ ਉਹ ਖੁੱਲ੍ਹ ਕੇ ਬੋਲਦਾ ਸੀ ਔਰ ਬੇਝਿਜਕ ਬੋਲਦਾ ਸੀ, ਇਹ ਬਹੁਤਾ ਚਿਰ ਬਰਦਾਸ਼ਤ ਨਰਿੰਦਰ ਮੋਦੀ ਨੇ ਨਹੀਂ ਸੀ ਕਰਨਾ, ਉਹਨੂੰ ਕੱਢਤਾ। ਜਿਹੜਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਹੈ, ਉਹ ਨਰਿੰਦਰ ਮੋਦੀ ਤੋਂ ਪਹਿਲਾਂ ਦਾ ਮੁੱਖ ਮੰਤਰੀ ਹੈ, ਔਰ ਇਹਨੂੰ ਪ੍ਰਧਾਨ ਮੰਤਰੀ ਬਣਾਉਣ ਲੱਗਿਆ ਜਦੋਂ ਉਮੀਦਵਾਰ ਬਣਾਇਆ ਸੀ, ਉਦੋਂ ਵੀ ਉਹ ਕਹਿੰਦਾ ਸੀ ਮੈਂ ਉਹ ਤੋਂ ਸੀਨੀਅਰ ਹਾਂ। ਹੁਣ ਉਹਦੀ ਸੀਨੀਅਰਿਟੀ ਬਥੇਰਾ ਚਿਰ ਚੱਲ ਰਹੀ, ਮੌਕਾ ਆਇਆ ਤੇ ਉਹਨੂੰ ਵੀ ਟੁਣਕਾ ਮਾਰਨਾ ਸੀ, ਕੱਢਤਾ ਬਾਹਰ। ਬਾਕੀ ਉਹਨਾਂ ਥਾਂ ਤੇ ਨਵੇਂ ਲਿਆਂਦੇ, ਪਿੱਪਲੀ ਦਾ ਪੱਤਿਆ ਵੇ ਕਈ ਖੜਖੜ ਲਾਈ ਆ ਵੇ, ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ। ਹੁਣ ਨਵਿਆਂ ਦੀ ਰੁੱਤ ਆਈ ਆ, ਤੇ ਉਹਦੇ ਵਿੱਚ ਤੁਸੀਂ ਬਾਕੀਆਂ ਦੇ ਨਾਂ ਲੈ, ਤੁਸੀਂ ਇੱਕ ਨਾਂ ਲਿਆ ਹੀ ਨਹੀਂ, ਸਾਡੇ ਪੰਜਾਬ ਦਾ ਸਰਦਾਰ ਇਕਬਾਲ ਸਿੰਘ ਲਾਲਪੁਰਾ। ਜੀ ਜੀ, ਉਹਨਾਂ ਨੂੰ ਵੀ ਉਹ ਤੁਰਦਿਆਂ ਕਿੱਥੋਂ ਤੱਕ ਪਹੁੰਚ ਗਿਆ, ਔਰ ਉਹ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਵੀ। ਹੁਣ ਜਿਹੜਾ ਭਾਜਪਾ ਦੇ ਪਾਰਲੀਮੈਂਟਰੀ ਬੋਰਡ 'ਚ ਕੇਂਦਰ ਵਿੱਚ ਉਹਨੂੰ ਜਿਸ ਤਰ੍ਹਾਂ ਲਿਆ ਗਿਆ, ਉਹ ਪੰਜਾਬ ਦੇ ਵਿੱਚੋਂ ਸਿੱਖ ਚਿਹਰੇ ਦੇ ਤੌਰ ਤੇ ਕੱਲ੍ਹ ਨੂੰ ਪੰਜਾਬ 'ਚ ਪੇਸ਼ ਕੀਤਾ ਜਾਊਗਾ ਜੀ। ਔਰ ਇਹ ਵੀ ਮੈਂ ਦੱਸ ਦਿਆਂ ਕਿ ਜਿੰਨੇ ਕੁ ਬਾਕੀ ਤੁਰੇ ਫਿਰਦੇ ਨਾ ਤਿਕੜਮਬਾਜ਼ੀ ਕਰਨ ਵਾਲੇ ਤੇ ਬਿਆਨ ਜੇ ਦਾਗਣ ਵਾਲੇ, ਇਹਨਾਂ ਨਾਲੋਂ ਭਾਜਪਾ ਨੂੰ ਸ਼ਾਇਦ ਇਕਬਾਲ ਸਿੰਘ ਲਾਲਪੁਰਾ ਦੂਸਰਿਆਂ ਨਾਲੋਂ ਵੱਧ ਫਿੱਟ ਬੈਠੇ, ਇਸ ਕਰਕੇ ਲਾਤਾ ਗਿਆ। ਸੋ ਪਾਰਟੀ ਨੇ ਬਣਾਉਣਾ ਸੀ ਆਪਣਾ ਬੋਰਡ, ਨਵੇਂ ਸਿਰੋਂ ਬਣਾ ਲਿਆ, ਕੋਈ ਗੱਲ ਨਹੀਂ। ਅਦਲਾ ਬਦਲੀਆਂ ਇੱਦਾਂ ਪਾਰਟੀਆਂ ਨੂੰ ਕਰਨੀਆਂ ਪੈਂਦੀਆਂ, ਤਜਰਬਾ ਦੱਸੇਗਾ ਕੀ ਠੀਕ ਹੋਇਆ ਕੀ ਗਲਤ ਹੋਇਆ। ਸਹੀ ਹੈ, ਨਿਤਿਸ਼ ਕੁਮਾਰ ਹੋਣੀ ਜਿੱਦਾਂ ਮਰਜ਼ੀ ਬਹਿਣ ਤੇ ਉਧਰ ਅਡਵਾਨੀ ਸਾਹਿਬ ਦੀ ਤਰ੍ਹਾਂ ਭਾਵੇਂ ਹੁਣ ਨਿਤਿਨ ਗਡਕਰੀ ਹੋਣੀ ਰਹਿਣ। ਤੇ ਪੰਨੂ ਸਾਹਿਬ, ਜੇ ਬਿਹਾਰ ਦੀ ਗੱਲ ਚੱਲਦੀ ਪਈ ਹੈ, ਬਿਹਾਰ ਦੇ ਵਿੱਚ ਮੰਤਰੀ ਬਣਾਏ ਆ, ਕਈ ਕਰੋੜਪਤੀ ਹੈ ਤੇ ਨਾਲ ਦੀ ਨਾਲ ਕਈ ਦਾਗੀ ਵੀ ਹੈ, ਉਹਨਾਂ ਨੂੰ ਕਿਵੇਂ ਦੇਖਦੇ ਆ? ਉਹ ਤਾਂ ਕੱਲ੍ਹ ਦਾ ਆਉਣ ਡਿਆ ਕਿ ਇੱਕ MLA ਰਾਸ਼ਟਰੀ ਜਨਤਾ ਦਲ ਦਾ ਉਹਦੇ ਉੱਤੇ ਕਤਲ ਦਾ ਕੇਸ ਸੀ,
ਅਦਾਲਤ ਨੇ ਉਹਨੂੰ ਸਰੈਂਡਰ ਕਰਨ ਨੂੰ ਆਖਿਆ ਸੀ ਕਿ ਤੂੰ ਅਦਾਲਤ ਵਿੱਚ ਆਤਮ ਸਮਰਪਣ ਕਰ। ਉਹ ਜ਼ਮਾਨਤ ਦੀ ਕੋਸ਼ਿਸ਼ ਕਰਦਾ ਸੀ, ਨਹੀਂ ਸੀ ਹੋਈ। ਫਿਰ ਉਹਨੇ ਸਮਾਂ ਮੰਗਿਆ ਸਮਰਪਣ ਕਰਨ ਵਾਸਤੇ। ਜਿਹੜੀ ਤਰੀਕ ਨੂੰ ਅਦਾਲਤ ਨੇ ਆਖਿਆ ਆ ਕੇ ਸਮਰਪਣ ਕਰ, ਅਦਾਲਤ ਵਿੱਚ ਆ ਕੇ ਸਰੈਂਡਰ ਕਰ, ਉਸ ਦਿਨ ਉਹ ਅਦਾਲਤ ਵਿੱਚ ਜਾਣ ਦੀ ਥਾਂ ਗਵਰਨਰ ਦੇ ਕੋਲ ਰਾਜ ਭਵਨ 'ਚ ਜਾ ਕੇ ਸਹੁੰ ਚੁੱਕਣ ਲੱਗ ਪਿਆ ਸੀ। ਮੈਂ ਬਿਹਾਰ ਦੇ ਮੰਤਰੀ ਦੇ ਤੌਰ 'ਤੇ ਸਹੁੰ ਚੁੱਕਦਾ ਜੀ, ਉੱਥੇ ਚਲਾ ਗਿਆ। ਤੇ ਇੱਕ ਕਿਹੜੀ ਨਵੀਂ ਗੱਲ ਹੈ, ਸਾਡੀ ਅੱਜ ਦੀ ਕੇਂਦਰ ਸਰਕਾਰ ਦੇ ਵਿੱਚ ਕਿੰਨੇ ਸਾਰੇ ਮੰਤਰੀ ਉਹ ਨੇ ਜਿਨ੍ਹਾਂ ਤੇ ਕਤਲ ਦੇ ਕੇਸ, ਡਾਕੇ ਦੇ ਕੇਸ, ਪਤਾ ਨਹੀਂ ਕਦੇ ਕੀ ਕੇਸ ਚੱਲਦੇ ਆ। ਬਹੁਤ ਕੇਸ 233 ਪਾਰਲੀਮੈਂਟ ਮੈਂਬਰਾਂ ਤੇ ਚੱਲਦੇ ਪਏ ਨੇ, ਇਹ ਵੀ ਉਹਨਾਂ 'ਚੋਂ ਹੀ ਆ। ਜਦੋਂ ਇੰਨੇ ਸਾਰੇ ਚਾਰਜ ਫੇਰੇ, ਕਤਲਾਂ ਵਾਲੇ, ਡਾਕਿਆਂ ਵਾਲੇ, ਚੋਰੀਆਂ ਵਾਲੇ, ਫਰਾਡ ਵਾਲੇ, ਬਲਾਤਕਾਰ ਵਾਲੇ ਵੀ ਮੰਤਰੀ ਬਣੇ ਨੇ, ਸੂਬਿਆਂ 'ਚ ਵੀ ਬਣੇ ਨੇ, ਕੇਂਦਰ ਵਿੱਚ ਵੀ ਬਣ ਜਾਂਦੇ ਆ, ਪਾਰਲੀਮੈਂਟ 'ਚ ਵੀ ਪਹੁੰਚ ਜਾਂਦੇ ਆ। ਤੇ ਇੰਨਿਆਂ ਝੇਕੇ ਵੀ ਸਹੀ, ਵੱਗ 'ਚ ਕੱਟੀ ਤੁਰੀ ਫਿਰੂਗੀ, ਕੀ ਫਰਕ ਪੈਂਦਾ ਜੀ। ਹੁਣ ਉੱਥੇ ਜਿਹੜੇ ਬਣਾਏ ਗਏ ਆ ਉਹਨਾਂ 'ਚ ਮੇਰੇ ਖਿਆਲ 70% ਉਹ ਨੇ ਜਿਨ੍ਹਾਂ ਤੇ ਅਪਰਾਧਿਕ ਕੇਸ ਚੱਲਦੇ ਆ। ਉਹ ਵਿਚਾਰਾ ਬਿਹਾਰ, ਇੱਕ ਵਾਰੀ ਫਿਰ ਪਤਾ ਲੱਗ ਗਿਆ ਕਿ ਬਿਹਾਰ ਨਹੀਂ ਬਿਹਾਲ ਹੈ। ਜੀ, ਇਹਨਾਂ ਤੋਂ ਫਰਕ ਸਾਨੂੰ ਨਹੀਂ ਪੈਣਾ, ਪਰ ਜੇਕਰ ਆਪਾਂ ਰੁਕੇ ਤਾਂ ਸਾਨੂੰ ਜ਼ਰੂਰ ਪੈਣਾ, ਕਿਉਂਕਿ ਪ੍ਰੋਗਰਾਮ ਦੀ ਸਾਰੀ ਟਾਈਮਿੰਗ ਹਿੱਲ ਜਾਣੀ ਹੈ। ਤੁਸੀਂ ਬਹੁਤ ਬਹੁਤ ਧੰਨਵਾਦ, ਤੁਹਾਡਾ ਖਬਰਾਂ 'ਤੇ ਚਰਚਾ ਕੀਤੀ। ਜੀ ਮੈਂ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।